ਖੇਤੀਬਾੜੀ ਆਰਡੀਨੈਂਸ ਨੂੰ ਲੈ ਕੇ ਬਹੁਤ ਸਾਰੇ ਜਥੇਬੰਦੀਆਂ ਜਿਹੜੇ ਕਿਸਾਨਾਂ ਦਾ ਸਾਥ ਦੇ ਰਹੀਆਂ ਨੇ, ਤਾਂ ਮੁਸਲਿਮ ਕਮਿਊਨਿਟੀ ਦੇ ਵੱਲੋਂ ਵੀ ਸਾਥ ਦਿੱਤਾ ਜਾਊਗਾ ਉਹਨਾਂ ਦਾ। ਇਹ ਜਿਹੜੀਆਂ ਘੱਟ ਗਿਣਤੀਆਂ ਨੇ ਸੂਬੇ ਦੀਆਂ, ਉਹ ਕਿਸਾਨ ਜਥੇਬੰਦੀਆਂ ਦੇ ਨਾਲ ਸਾਰੇ ਮੋਰਚਿਆਂ ਦੇ ਵਿੱਚ ਸ਼ਾਮਲ ਹੋਣਗੀਆਂ। ਤੇ ਇੱਕ ਵਾਰੀ ਫਿਰ ਅਸੀਂ ਕੱਲ੍ਹ ਦਾ ਜਿਹੜਾ ਬੰਦ ਦਾ ਸੱਦਾ ਹੈ ਤੇ ਉਹਦੇ ਵਿੱਚ ਸਮੂਹ ਪੰਜਾਬ ਦੇ ਜਿਹੜੇ ਮੁਸਲਮਾਨ ਨੇ, ਇਮਾਮ ਸਾਹਿਬਾਨ ਨੇ ਜਾਂ ਮਸਜਿਦਾਂ ਦੇ ਪ੍ਰਧਾਨ ਨੇ, ਉਹ ਉਹਦੇ ਵਿੱਚ ਸ਼ਾਮਲ ਰਹਿਣਗੇ। ਸਾਡੇ ਹਿਸਾਬ ਦੇ ਨਾਲ ਵੀ ਬੀਜੇਪੀ ਸਰਕਾਰ ਦੇਖਦੀ ਪਈ ਆ ਵੀ ਅੱਗੇ ਕੀ ਹੋਣ ਵਾਲਾ ਆ, ਵੀ ਜਦੋਂ ਵੀ ਪ੍ਰਦਰਸ਼ਨ ਜਿਹੜੇ ਤੇਜ਼ ਹੋ ਜਾਣਗੇ ਤਾਂ ਉਹ ਤੁਹਾਨੂੰ ਲੱਗਦਾ ਵੀ ਬੀਜੇਪੀ ਸਰਕਾਰ ਜਿਹੜੀ ਵਾਪਸ ਲੈ ਸਕਦੀ ਹੈ ਇਹਨਾਂ ਆਰਡੀਨੈਂਸ ਨੂੰ? ਸਰਕਾਰ ਕਹੇਗੀ ਅਸੀਂ ਸੰਸ਼ੋਧਨ ਕਰਦਾ, ਉਹ ਸੰਸ਼ੋਧਨ ਨੂੰ ਅਸੀਂ ਵਾਪਸੀ ਕਹਿੰਦੇ ਹੁੰਦੇ ਹਾਂ, ਮਤਲਬ ਕੰਨ ਘੁਮਾ ਕੇ ਭਾਵੇਂ ਫੜ ਲਓ, ਉਹ ਇੱਕ ਵਾਰੀ ਫੜਨਾ ਪਏ। ਬੀਜੇਪੀ ਸਰਕਾਰ ਦੇ ਕਈ ਜਿਹੜੇ ਨੁਮਾਇੰਦੇ ਨੇ, ਜਿਹੜੇ ਆਗੂ ਨੇ ਜਾਂ ਬਹੁਤ ਸਾਰੇ ਵਰਕਰ ਨੇ, ਉਹ ਕਹਿੰਦੇ ਕਿ ਜਿਹੜੇ ਇਹਨਾਂ ਦਾ ਧਰਨਾ ਪ੍ਰਦਰਸ਼ਨ ਕਰ ਰਹੇ ਨੇ, ਆਰਡੀਨੈਂਸ ਦਾ ਵਿਰੋਧ ਕਰ ਰਹੇ ਨੇ, ਉਹ ਲੋਕ ਪਾਗਲ ਨੇ, ਉਹਨਾਂ ਨੂੰ ਇਸ ਆਰਡੀਨੈਂਸ ਦੇ ਬਾਰੇ ਪਤਾ ਹੀ ਹੈ ਨਹੀਂ, ਕਹਿੰਦੇ ਕੁਛ। ਜਿਸ ਤਰ੍ਹਾਂ ਈਸਟ ਇੰਡੀਆ ਕੰਪਨੀ ਨੇ ਆ ਕੇ ਸਾਡੇ ਤੇ ਭਾਰਤ ਤੇ ਕਬਜ਼ਾ ਕਰ ਲਿਆ ਸੀ, ਉਸੇ ਤਰ੍ਹਾਂ ਕੇਂਦਰ ਸਰਕਾਰ ਨੇ ਜਿੱਥੇ ਬਹੁਤ ਸਾਰੀ ਚੀਜ਼ਾਂ ਵੇਚੀਆਂ, ਰੇਲਵੇ ਪ੍ਰਾਈਵੇਟ ਕੀਤੀ, ਬੈਂਕਾਂ ਨੂੰ ਵੇਚਿਆ, ਹੋਰ ਬਹੁਤ ਸਾਰੀਆਂ ਚੀਜ਼ਾਂ ਨੂੰ ਵੇਚਿਆ। ਹੁਣ ਉਹਨਾਂ ਦਾ ਇਰਾਦਾ ਵੀ ਕਿਸਾਨਾਂ ਨੂੰ ਵੀ ਘੱਟੋ ਘੱਟ ਪ੍ਰਾਈਵੇਟ ਕਰਦੀ। ਅਗਰ ਕਿਸਾਨੀ ਪ੍ਰਾਈਵੇਟ ਖੇਤਰ ਦੇ ਵਿੱਚ ਚਲੀ ਗਈ ਤੇ ਮੈਂ ਸਮਝਦਾ ਹਾਂ ਕਿ ਪਹਿਲਾਂ ਹੀ ਕਿਸਾਨ ਖੁਦਕੁਸ਼ੀਆਂ ਕਰ ਰਹੇ ਨੇ ਤੇ ਇਹਦੇ ਨਾਲ ਬਹੁਤ ਵੱਡਾ ਨੁਕਸਾਨ ਜਿਹੜਾ ਆਉਣ ਵਾਲੇ ਸਮੇਂ 'ਚ ਹੋਏਗਾ। ਕਿ ਸਿਰਫ ਪੰਜਾਬ ਤੇ ਹਰਿਆਣਾ ਦੇ ਜਿਹੜੇ ਫਾਰਮਰਸ ਨੇ ਜਾਂ ਹੋਰ ਕਈ ਲੋਕ ਨੇ, ਜਿਹੜੇ ਵੀ ਜਥੇਬੰਦੀਆਂ ਨੇ ਜਿਹੜੇ ਪ੍ਰਦਰਸ਼ਨ ਕਰ ਰਹੇ ਨੇ, ਉਸ ਤੋਂ ਇਲਾਵਾ ਹੋਰ ਕੋਈ ਬੋਲ ਹੀ ਨਹੀਂ ਰਿਹਾ? ਕਹਿੰਦੇ ਇਹੀ ਕਿਉਂ ਬੋਲ ਰਹੇ ਨੇ? ਕੱਲ੍ਹ ਦਾ ਸਿਆਸਤ ਦੇ ਵਿੱਚ ਮੈਂ ਸਮਝਦਾ ਹਾਂ ਕਿ ਸਿਆਸਤ ਘੱਟ ਹੈ, ਚਮਚਾਗਿਰੀ ਜ਼ਿਆਦਾ ਹੈ। ਹਰਿਆਣੇ ਦੇ ਵਿੱਚ ਸਰ ਕਿੱਥੇ ਕੀਤਾ ਜਾਊਗਾ ਪ੍ਰਦਰਸ਼ਨ? ਤਾਂ ਕੀਤਾ ਜਾਊਗਾ, ਨਾਲ ਸ਼ਾਮਿਲ ਹੋਇਆ ਜਾਊਗਾ ਉਹਨਾਂ ਦੇ? ਕਿਉਂਕਿ ਅਸੀਂ ਇਹਨੂੰ ਸਿਆਸੀ ਤੌਰ ਤੇ ਨਹੀਂ ਦੇਖ ਰਹੇ, ਸਮਾਜੀ ਤੌਰ ਤੇ ਅਸੀਂ ਸਮਝਦੇ ਹਾਂ ਕਿ ਇੱਕ ਔਕੜ ਆ ਗਈ ਹੈ, ਮੁਸ਼ਕਿਲ ਆ ਗਈ ਹੈ ਤੇ ਉਸ ਔਕੜ ਦਾ ਜਿਹੜਾ ਮੁਕਾਬਲਾ ਕੀਤਾ ਜਾਵੇ। ਜਿਨ੍ਹਾਂ ਕਮਿਊਨਿਟੀਆਂ ਦੇ ਮੁਤਾਲਕ ਭਾਵੇਂ ਉਹ ਤਰੱਕੀ ਦੇ ਫੈਸਲੇ ਨੇ, ਅਗਰ ਸਰਕਾਰ ਇਮਾਨਦਾਰ ਹੈ ਔਰ ਅਗਰ ਉਹ ਫੈਸਲੇ ਕਰਨਾ ਚਾਹੁੰਦੀ ਹੈ ਤੇ ਉਹਨਾਂ ਦਾ ਪਹਿਲਾ ਕੰਮ ਇਹ ਬਣਦਾ ਹੈ ਕਿ ਉਹ ਸਬ ਕਮੇਟੀਆਂ ਬਣਾ ਕੇ ਉਹਨਾਂ ਤੋਂ ਰਾਏ ਉਹਨਾਂ ਦੀ ਪੁੱਛਣੀ ਚਾਹੀਦੀ। ਸਤਿ ਸ਼੍ਰੀ ਅਕਾਲ ਜੀ, ਤੁਸੀਂ ਦੇਖ ਰਹੇ ਹੋ ਲੁਧਿਆਣਾ ਟਾਈਮਸ ਤੇ ਮੈਂ ਹਾਂ ਗੁਰਦੀਪ ਸਿੰਘ ਲੰਮੇ। ਪੂਰੇ ਦੇਸ਼ ਭਰ ਦੇ ਵਿੱਚ ਖੇਤੀਬਾੜੀ ਆਰਡੀਨੈਂਸ ਨੂੰ ਲੈ ਕੇ ਜਿਹੜੇ ਆ ਵਿਰੋਧ ਹੋ ਰਿਹਾ ਹੈ, ਪ੍ਰਦਰਸ਼ਨ ਕੀਤੇ ਜਾ ਰਹੇ ਨੇ। ਬਹੁਤ ਸਾਰੀਆਂ ਜਥੇਬੰਦੀਆਂ ਨੇ ਜੋ ਕਿਸਾਨਾਂ ਦਾ ਸਾਥ ਦੇ ਰਹੀਆਂ ਨੇ। ਉੱਥੇ ਹੀ ਇਹ ਵੀ ਦੇਖਣਾ ਬਣਦਾ ਹੈ ਕਿ ਮੁਸਲਿਮ ਕਮਿਊਨਿਟੀ ਦਾ ਕੀ ਸਟੈਂਡ ਇਸ ਦੇ ਪਿੱਛੇ। ਤਾਂ ਸਾਡੇ ਨਾਲ ਅੱਜ ਜਿਹੜੇ ਆ ਨਾਇਬ ਸ਼ਾਹੀ ਇਮਾਮ ਸਾਡੇ ਨਾਲ ਮੌਜੂਦ ਨੇ, ਉਹਨਾਂ ਨਾਲ ਗੱਲਬਾਤ ਕਰਾਂਗੇ। ਸਰ ਬਹੁਤ ਸਵਾਗਤ ਹੈ ਜੀ ਤੁਹਾਡਾ। ਸਰ ਖੇਤੀਬਾੜੀ ਆਰਡੀਨੈਂਸ ਨੂੰ ਲੈ ਕੇ ਬਹੁਤ ਸਾਰੇ ਜਥੇਬੰਦੀਆਂ ਜਿਹੜੇ ਕਿਸਾਨਾਂ ਦਾ ਸਾਥ ਦੇ ਰਹੀਆਂ ਨੇ, ਤਾਂ ਮੁਸਲਿਮ ਕਮਿਊਨਿਟੀ ਦੇ ਵੱਲੋਂ ਵੀ ਸਾਥ ਦਿੱਤਾ ਜਾਊਗਾ ਉਹਨਾਂ ਦਾ? ਬਿਸਮਿਲ੍ਲਾਹਿਰ ਰਹਿਮਾਨਿਰ ਰਹੀਮ। ਸ਼ੁਰੂ ਕਰਦਾ ਹਾਂ ਅੱਲਾਹ ਤਾਲਾ ਦੇ ਨਾਂ ਤੋਂ ਜੋ ਬੜਾ ਮਿਹਰਬਾਨ ਤੇ ਨਿਹਾਇਤ ਰਹਿਮ ਕਰਨ ਵਾਲਾ। ਖੇਤੀਬਾੜੀ ਆਰਡੀਨੈਂਸ ਜਿਹੜਾ ਕਿ ਕੇਂਦਰ ਸਰਕਾਰ ਨੇ ਬਣਾਇਆ ਹੈ, ਉਹਦੀ ਵਿਰੋਧਤਾ ਜਿਸ ਦਿਨ ਸ਼ੁਰੂ ਹੋਈ ਸੀ ਤੇ ਪੰਜਾਬ ਦੇ ਸ਼ਾਹੀ ਇਮਾਮ ਮੌਲਾਨਾ ਹਬੀਬੁਰ ਰਹਿਮਾਨ ਲੁਧਿਆਣਵੀ ਸਾਹਿਬ ਨੇ ਉਦੋਂ ਹੀ ਬਿਆਨ ਜਾਰੀ ਕੀਤਾ ਸੀ ਕਿ ਜਿਹੜੀਆਂ ਘੱਟ ਗਿਣਤੀਆਂ ਨੇ ਸੂਬੇ ਦੀਆਂ, ਉਹ ਕਿਸਾਨ ਜਥੇਬੰਦੀਆਂ ਦੇ ਨਾਲ ਸਾਰੇ ਮੋਰਚਿਆਂ ਦੇ ਵਿੱਚ ਸ਼ਾਮਲ ਹੋਣਗੀਆਂ। ਤੇ ਇੱਕ ਵਾਰੀ ਫਿਰ ਅਸੀਂ ਕੱਲ੍ਹ ਦਾ ਜਿਹੜਾ ਬੰਦ ਦਾ ਸੱਦਾ ਹੈ ਤੇ ਉਹਦੇ ਵਿੱਚ ਸਮੂਹ ਪੰਜਾਬ ਦੇ ਜਿਹੜੇ ਮੁਸਲਮਾਨ ਨੇ, ਇਮਾਮ ਸਾਹਿਬਾਨ ਨੇ ਜਾਂ ਮਸਜਿਦਾਂ ਦੇ ਪ੍ਰਧਾਨ ਨੇ, ਉਹ ਉਹਦੇ ਵਿੱਚ ਸ਼ਾਮਲ ਰਹਿਣਗੇ ਹਰ ਪੱਖੋਂ 'ਚ। ਇਹ ਲੁਧਿਆਣੇ ਦੇ ਵਿੱਚ ਸਰ ਕਿੱਥੇ ਕੀਤਾ ਜਾਊਗਾ ਪ੍ਰਦਰਸ਼ਨ? ਤਾਂ ਕੀਤਾ ਜਾਊਗਾ, ਨਾਲ ਸ਼ਾਮਿਲ ਹੋਇਆ ਜਾਊਗਾ ਉਹਨਾਂ ਦੇ? ਦੇਖੋ, ਅਲੱਗ-ਅਲੱਗ ਜਗ੍ਹਾ ਅਲੱਗ-ਅਲੱਗ ਜਥੇਬੰਦੀਆਂ ਵੱਲੋਂ ਹੈ ਤੇ ਅਸੀਂ ਹਰੇਕ ਏਰੀਏ ਦੀ ਜਿਹੜੀ ਮਸਜਿਦ ਹੈ ਉਹਨਾਂ ਨੂੰ ਇਸ ਗੱਲ ਦਾ ਪਾਬੰਦ ਕੀਤਾ ਕਿ ਤੁਹਾਡੇ ਏਰੀਏ ਦੇ ਵਿੱਚ ਜਿਹੜੇ ਵੀ ਕਿਸਾਨਾਂ ਦੇ ਆਗੂ ਨੇ, ਕਿਉਂਕਿ ਅਸੀਂ ਇਹਨੂੰ ਸਿਆਸੀ ਤੌਰ ਤੇ ਨਹੀਂ ਦੇਖ ਰਹੇ, ਸਮਾਜੀ ਤੌਰ ਤੇ ਅਸੀਂ ਸਮਝਦੇ ਹਾਂ ਕਿ ਇੱਕ ਔਕੜ ਆ ਗਈ ਹੈ, ਮੁਸ਼ਕਿਲ ਆ ਗਈ ਹੈ ਤੇ ਉਸ ਔਕੜ ਦਾ ਜਿਹੜਾ ਮੁਕਾਬਲਾ ਕੀਤਾ ਜਾਵੇ। ਸਰ ਬੀਜੇਪੀ ਸਰਕਾਰ ਦੇ ਕਈ ਜਿਹੜੇ ਨੁਮਾਇੰਦੇ ਨੇ, ਜਿਹੜੇ ਆਗੂ ਨੇ ਜਾਂ ਬਹੁਤ ਸਾਰੇ ਵਰਕਰ ਨੇ, ਉਹ ਕਹਿੰਦੇ ਕਿ ਜਿਹੜੇ ਇਹਨਾਂ ਦਾ ਧਰਨਾ ਪ੍ਰਦਰਸ਼ਨ ਕਰ ਰਹੇ ਨੇ, ਆਰਡੀਨੈਂਸ ਦਾ ਵਿਰੋਧ ਕਰ ਰਹੇ ਨੇ, ਉਹ ਲੋਕ ਪਾਗਲ ਨੇ, ਉਹਨਾਂ ਨੂੰ ਇਸ ਆਰਡੀਨੈਂਸ ਦੇ ਬਾਰੇ ਪਤਾ ਹੀ ਹੈ ਨਹੀਂ, ਕਹਿੰਦੇ ਕੁਛ। ਦੇਖੋ, ਆਰਡੀਨੈਂਸ ਦੇ ਬਾਰੇ ਸਿਰਫ ਦੋ ਅੱਖਰਾਂ 'ਚ ਇੱਕ ਗੱਲ ਸਮਝੀ ਜਾ ਸਕਦੀ ਹੈ ਕਿ ਇੱਕ ਪਾਸੇ ਸਰਕਾਰ ਕਹਿੰਦੀ ਵੀ ਕਿਸਾਨ ਨੂੰ ਆਜ਼ਾਦੀ ਦੇ ਰਹੇ ਹਾਂ, ਕਿਸਾਨ ਦੇ ਨਾਲ ਨਾਲ ਖਰੀਦਣ ਵਾਲਿਆਂ ਨੂੰ ਵੀ ਤੁਸੀਂ ਆਜ਼ਾਦੀ ਦੇ ਦਿੱਤੀ। ਪਹਿਲਾਂ ਕੀ ਸੀ ਕਿ ਘੱਟੋ ਘੱਟ ਰਕਮ ਜਿਹੜੀ ਸੀ ਉਹਦੀ ਖੇਤੀ ਦੀ, ਉਹ ਸਰਕਾਰ ਤੈਅ ਕਰਦੀ ਸੀ ਵੀ ਇਹ ਤੋਂ ਘੱਟ ਦੀ ਨਹੀਂ ਵਿਕਣੀ। ਹੁਣ ਤੁਸੀਂ ਕਹਿੰਦੇ ਪਏ ਹੋ ਕਿ ਵੀ ਆੜ੍ਹਤੀਆਂ ਦੀ ਤਾਂ ਲੋੜ ਨਹੀਂ ਹੈ। ਹੁਣ ਲੁਧਿਆਣੇ ਵਾਲਾ ਕਿਸਾਨ ਜੇ ਅੰਬਾਲੇ ਚਲ ਗਿਆ ਫਸਲ ਵੇਚਣ ਲਈ, ਅੰਬਾਲੇ ਦਾ ਉਹਨੂੰ ਕੋਈ ਜਾਣਦਾ ਨਹੀਂ ਹੈ। ਹੁਣ ਉਹਦੇ ਨਾਲ ਧੋਖਾ ਹੋਵੇ ਜਾਂ ਉਹਦੀ ਫਸਲ ਅੱਛੀ ਰਕਮਾਂ 'ਤੇ ਵਿਕੇ, ਉਹ ਕਿਸਾਨ ਉਹਦਾ ਜ਼ਿੰਮੇਦਾਰ ਖੁਦ ਬਣ ਗਿਆ। ਸਰਕਾਰ ਨੇ ਬੜੀ ਸਫਾਈ ਦੇ ਨਾਲ ਆਪਣੇ ਆਪ ਨੂੰ ਇਹਦੇ 'ਚੋਂ ਕੱਢ ਲਿਆ। ਉਹਦਾ ਨੁਕਸਾਨ ਆਉਣ ਵਾਲੇ ਦਿਨਾਂ 'ਚ ਹੋਊਗਾ ਕਿ ਜਿਹੜੇ ਪੂੰਜੀਪਤੀ ਨੇ ਜਾਂ ਜਿਹੜੀਆਂ ਵੱਡੀਆਂ ਕੰਪਨੀਆਂ ਨੇ, ਉਹ ਤੈਅ ਕਰਨਗੀਆਂ ਕਿ ਤੁਹਾਡੀ ਫਸਲ ਜਿਹੜੀ ਹੈ ਸਸਤੀ ਵਿਕਣੀ ਹੈ ਕਿ ਮਹਿੰਗੀ ਵਿਕਣੀ ਹੈ। ਉਹਨਾਂ ਨੇ ਫਿਰ ਤੈਅ ਕਰਨਾ ਤੁਸੀਂ ਆਪਣੀ ਕਿਸਮਤ ਜਿਹੜੀ ਹੈ ਪੂੰਜੀਪਤੀਆਂ ਦੇ ਹੱਥ ਫੜਾਉਣਾ ਚਾਹੁੰਦੇ ਹੋ। ਜਿਸ ਤਰ੍ਹਾਂ ਈਸਟ ਇੰਡੀਆ ਕੰਪਨੀ ਨੇ ਆ ਕੇ ਸਾਡੇ ਤੇ ਭਾਰਤ ਤੇ ਕਬਜ਼ਾ ਕਰ ਲਿਆ ਸੀ, ਉਸੇ ਤਰ੍ਹਾਂ ਕੇਂਦਰ ਸਰਕਾਰ ਨੇ ਜਿੱਥੇ ਬਹੁਤ ਸਾਰੀ ਚੀਜ਼ਾਂ ਵੇਚੀਆਂ, ਰੇਲਵੇ ਪ੍ਰਾਈਵੇਟ ਕੀਤੀ, ਬੈਂਕਾਂ ਨੂੰ ਵੇਚਿਆ, ਹੋਰ ਬਹੁਤ ਸਾਰੀਆਂ ਚੀਜ਼ਾਂ ਨੂੰ ਵੇਚਿਆ। ਹੁਣ ਉਹਨਾਂ ਦਾ ਇਰਾਦਾ ਵੀ ਕਿਸਾਨਾਂ ਨੂੰ ਵੀ ਘੱਟੋ ਘੱਟ ਪ੍ਰਾਈਵੇਟ ਕਰਦੀ। ਅਗਰ ਕਿਸਾਨੀ ਪ੍ਰਾਈਵੇਟ ਖੇਤਰ ਦੇ ਵਿੱਚ ਚਲੀ ਗਈ ਤੇ ਮੈਂ ਸਮਝਦਾ ਹਾਂ ਕਿ ਪਹਿਲਾਂ ਹੀ ਕਿਸਾਨ ਖੁਦਕੁਸ਼ੀਆਂ ਕਰ ਰਹੇ ਨੇ ਤੇ ਇਹਦੇ ਨਾਲ ਬਹੁਤ ਵੱਡਾ ਨੁਕਸਾਨ ਜਿਹੜਾ ਆਉਣ ਵਾਲੇ ਸਮੇਂ 'ਚ ਹੋਏਗਾ ਜੀ।
ਅੱਛਾ ਜੀ, ਬੀਜੇਪੀ ਸਰਕਾਰ ਦੇ ਵੱਲੋਂ ਆਰਡੀਨੈਂਸ ਜਿਹੜੇ ਪੇਸ਼ ਕੀਤੇ ਗਏ ਨੇ, ਤੁਹਾਨੂੰ ਲੱਗਦਾ ਹੈ ਕਿ ਬੀਜੇਪੀ ਸਰਕਾਰ ਬਹੁਤ ਹੀ ਉਤਾਵਲੀ ਸੀ ਇਹਨਾਂ ਆਰਡੀਨੈਂਸ ਨੂੰ ਪਾਸ ਕਰਨ ਦੇ ਲਈ ਤੇ ਹੋਰ ਵੀ ਕਈ ਤਰ੍ਹਾਂ ਦੇ ਬਿੱਲ ਪਾਸ ਕਰਨ ਦੇ ਲਈ? ਦੇਖੋ, ਪਿਛਲੇ ਸਮੇਂ ਤੋਂ ਜਾਤੀ ਦੁਬਾਰਾ ਕੇਂਦਰ 'ਚ ਸਰਕਾਰ ਆਈ ਹੈ, ਬੜੀ ਅਫਰਾ ਤਫਰੀ ਦੇ ਵਿੱਚ ਔਰ ਬੜੀ ਦਬੰਗਾਈ ਤਰੀਕੇ ਦੇ ਨਾਲ ਜਿਹੜੇ ਹੈ ਕਾਨੂੰਨ ਜਿਹੜੇ ਹੈ ਉਹ ਪਾਸ ਕੀਤੇ ਜਾਂਦੇ। ਫਿਰ ਜਦੋਂ ਵਿਰੋਧ ਹੁੰਦਾ ਫਿਰ ਉਹਨਾਂ ਕਾਨੂੰਨਾਂ ਤੋਂ ਆਪ ਸਫਾਈ ਦਿੰਦੇ ਨੇ, ਪਿੱਛੇ ਹਟਦੇ ਨੇ। NRC ਦਾ ਦੇਖ ਲਓ, CAA ਦਾ ਕਾਨੂੰਨ ਨੂੰ ਦੇਖ ਲਓ, ਉਹਦਾ ਐਡਾ ਦੇਸ਼ ਵਿਆਪੀ ਵਿਰੋਧ ਹੋਇਆ। ਉਸ ਤੋਂ ਬਾਅਦ ਫਿਰ ਸਰਕਾਰ ਨੇ ਸਫਾਈਆਂ ਦਿੱਤੀਆਂ। ਸਫਾਈਆਂ ਦੇਣ ਤੋਂ ਬਾਅਦ ਉਹਦੇ 'ਚ ਚੇਂਜਿਸ ਵੀ ਕਰ ਲਈਆਂ ਕਿ ਵੀ ਕਿਆ ਫਾਇਦਾ ਹੋਇਆ ਐਡਾ ਵੱਡਾ ਅੰਦੋਲਨ ਜਿਹੜਾ ਕਰਵਾਇਆ ਤੁਸੀਂ। ਉਸ ਤੋਂ ਬਾਅਦ ਫਿਰ ਤੁਸੀਂ ਗੱਲ ਉੱਥੇ ਦੀ ਉੱਥੇ ਹੀ ਵਾਪਸ ਲਿਆਏ। ਹੁਣ ਕਿੱਥੇ ਹੈ CAA NRC? ਕੋਈ ਨਹੀਂ ਹੈ। CAA NRC ਆਪਣੀ ਜਗ੍ਹਾ ਵਾਪਸ ਚਲੀਆਂ ਗਈਆਂ ਸਾਰੀਆਂ ਦੀਆਂ ਸਾਰੀਆਂ। ਤੁਸੀਂ ਜਿਨ੍ਹਾਂ ਦੇ ਬਾਰੇ ਕਾਨੂੰਨ ਬਣਾਉਂਦੇ ਹੋ, ਇੱਕ ਐਕਟ ਹੈ ਜਿਹਨੂੰ ਅਸੀਂ ਐਕਟ ਆਫ ਗੋਡ ਕਹਿੰਦੇ ਹਾਂ, ਉਹ ਬਈ ਜਿਹਦੇ ਮੁਤਾਲਕ ਕੋਈ ਗੱਲ ਕੋਈ ਫੈਸਲਾ ਕਰਨ ਲੱਗੇ ਹੋ। ਹੁਣ ਅਗਰ ਧੀ ਪੁੱਤ ਦਾ ਵਿਆਹ ਵੀ ਕਰਦੇ ਘੱਟੋ ਘੱਟ ਉਹਨੂੰ ਪੁੱਛਦੇ ਤਾਂ ਹੈਗੇ ਨਾ ਵੀ ਤੂੰ ਰਾਜੀ ਹੈ ਕਿ ਨਹੀਂ ਰਾਜੀ। ਕਿਸਾਨਾਂ ਦੇ ਮੁਤਾਲਕ ਫੈਸਲਾ ਕਰਨ ਲੱਗੇ ਹੋ, ਕਿਸਾਨ ਜਥੇਬੰਦੀਆਂ ਨੂੰ ਬੁਲਾ ਕੇ ਪੁੱਛੋ ਤਾਂ ਸਹੀ ਵੀ ਆਰਡੀਨੈਂਸ ਬਣਾਉਣਾ ਹੈ। ਘੱਟ ਗਿਣਤੀਆਂ ਦੇ ਮੁਤਾਲਕ ਫੈਸਲਾ ਕਰਨਾ, ਉਹਨਾਂ ਨੂੰ ਬੁਲਾ ਕੇ ਪੁੱਛੋ ਤਾਂ ਸਹੀ ਵੀ ਤੁਹਾਡੇ ਸੰਬੰਧ 'ਚ ਫੈਸਲਾ ਕਰਨਾ। ਜਿਨ੍ਹਾਂ ਕਮਿਊਨਿਟੀਆਂ ਦੇ ਮੁਤਾਲਕ ਭਾਵੇਂ ਉਹ ਤਰੱਕੀ ਦੇ ਫੈਸਲੇ ਨੇ, ਅਗਰ ਸਰਕਾਰ ਇਮਾਨਦਾਰ ਹੈ ਔਰ ਅਗਰ ਉਹ ਫੈਸਲੇ ਕਰਨਾ ਚਾਹੁੰਦੀ ਹੈ ਤਾਂ ਉਹਨਾਂ ਦਾ ਪਹਿਲਾ ਕੰਮ ਇਹ ਬਣਦਾ ਹੈ ਕਿ ਉਹ ਸਬ ਕਮੇਟੀਆਂ ਬਣਾ ਕੇ ਉਹਨਾਂ ਤੋਂ ਰਾਏ ਉਹਨਾਂ ਦੀ ਪੁੱਛਣੀ ਚਾਹੀਦੀ ਹੈ। ਮੂੰਹ ਜ਼ਬਾਨੀ ਪ੍ਰਧਾਨ ਮੰਤਰੀ ਨਰਿੰਦਰ ਮੋਦੀ ਦੇ ਵੱਲੋਂ ਕਿਹਾ ਗਿਆ, ਕਹਿੰਦੇ MSP ਜਿਹੜੀ ਆ ਲਾਗੂ ਰਹੂਗੀ, ਲੇਕਿਨ ਕਿਸਾਨਾਂ ਨੂੰ ਜਿਹੜਾ ਭਰਮਾਇਆ ਜਾ ਰਿਹਾ ਤਾਂ ਉਹਨਾਂ ਨੂੰ ਜਾਣਬੁੱਝ ਕੇ ਕਿਹਾ ਜਾ ਰਿਹਾ ਵੀ MSP ਨਹੀਂ ਲਾਗੂ ਰਹੂਗੀ। ਤੁਸੀਂ ਇਹ ਕੀ ਸੋਚਦੇ ਹੋ ਕਿ MSP ਜਿਹੜਾ ਮੂੰਹ ਜ਼ਬਾਨੀ ਕਿਹਾ ਗਿਆ ਵਾ ਨਰਿੰਦਰ ਮੋਦੀ ਦੇ ਵੱਲੋਂ, ਪ੍ਰਾਈਮ ਮਿਨਿਸਟਰ ਦੇ ਵੱਲੋਂ ਕਿ MSP ਲਾਗੂ ਰਹੂਗੀ, ਤੁਸੀਂ ਇਸ ਦੇ ਬਾਰੇ ਕੀ ਸੋਚਦੇ ਹੋ? ਦੇਖੋ, NRC ਦੇ ਵਿੱਚ CAA ਦੇ ਵਿੱਚ ਇਹਨਾਂ ਨੇ ਪਹਿਲਾਂ ਜਦੋਂ ਵਿਰੋਧ ਪ੍ਰਦਰਸ਼ਨ ਹੋਇਆ ਤੇ ਮੂੰਹ ਜ਼ਬਾਨੀ ਕਿਹਾ ਕਿ CAA ਨਾਲ ਕਿਸੇ ਦੀ ਨਾਗਰਿਕਤਾ ਜਾਂਦੀ ਨਹੀਂ ਹੈ, ਲੇਕਿਨ ਪ੍ਰਦਰਸ਼ਨ ਨਹੀਂ ਰੁਕੇ। ਉਸ ਤੋਂ ਬਾਅਦ ਸਾਡੇ ਡਿਪਟੀ ਹੋਮ ਮਿਨਿਸਟਰ ਨੇ ਲਿਖ ਕੇ ਪਾਰਲੀਮੈਂਟ 'ਚ ਦਿੱਤਾ। ਜਿੱਦਾਂ ਲਿਖਤ ਰੂਪ 'ਚ ਗਿਆ ਤੇ ਪ੍ਰਦਰਸ਼ਨ ਜਿਹੜੇ ਆ ਉਹ ਘਟਣੇ ਸ਼ੁਰੂ ਹੋ ਗਏ ਕਿ ਬਈ ਹੁਣ ਲਿਖਤ ਰੂਪ ਦੇ ਵਿੱਚ ਆ ਗਿਆ। ਅਗਰ ਕਿਸਾਨਾਂ ਨੂੰ ਜਿਹੜੇ ਇਤਰਾਜ਼ਾਤ ਹੈਗੇ ਨੇ, ਪਾਰਲੀਮੈਂਟ ਦਾ ਸੈਸ਼ਨ ਜਿਹੜਾ ਬਹੁਤ ਅਫਰਾ ਤਫਰੀ 'ਚ ਬੰਦ ਕਰ ਦਿੱਤਾ ਗਿਆ। ਤੁਹਾਡੇ ਸਾਹਮਣੇ ਅੰਦੋਲਨ ਤਿਆਰ ਖੜਾ ਹੈ। ਕੀ ਹੁਣ ਤੁਸੀਂ ਇਹ ਦੇਖਣਾ ਚਾਹੁੰਦੇ ਹੋ ਵੀ ਅੰਦੋਲਨ ਕਿੰਨਾ ਵੱਡਾ ਹੁੰਦਾ ਹੈ ਜਾਂ ਨਹੀਂ ਹੁੰਦਾ, ਜਾਂ ਤੁਸੀਂ ਅੰਦੋਲਨਾਂ ਦੇ ਮੁਤਾਬਕ ਇਹ ਦੇਖਣਾ ਚਾਹੁੰਦੇ ਹੋ ਵੀ ਸਿਆਸੀ ਰੁਖ ਕੀ ਬਣੂਗਾ ਕੀ ਨਹੀਂ ਬਣੂਗਾ? ਤੇ ਇਹਦਾ ਮਤਲਬ ਕਿਸਾਨਾਂ ਦੀ ਤਾਂ ਕੋਈ ਹੱਕ ਦੀ ਗੱਲ ਨਹੀਂ ਨਾ ਹੋ ਰਹੀ, ਇਹ ਤਾਂ ਸਿਆਸੀ ਹਵਾ ਨੂੰ ਭਾਂਪਿਆ ਜਾ ਰਿਹਾ ਕਿ ਵੀ ਉਹ ਕਿੱਧਰ ਨੂੰ ਜਾਊਗੀ। ਅਗਰ ਤੁਸੀਂ ਚਾਹੁੰਦੇ ਕਿ ਕਿਸਾਨਾਂ ਨੂੰ ਇਤਰਾਜ਼ ਹੈ, ਕਿਸਾਨ ਜਥੇਬੰਦੀਆਂ ਦੇ ਜਿਹੜੇ 5-7 ਸਿਰਫ ਜ਼ਿਆਦਾ ਤਾਂ ਹੈ ਨਹੀਂ, 4-5 ਵੱਡੇ ਮੁੱਖ ਆਗੂ ਨੇ, ਉਹਨਾਂ ਨੂੰ ਦਿੱਲੀ ਬੁਲਾ ਕੇ ਉਹਨਾਂ ਨਾਲ ਮੀਟਿੰਗ ਕਰਦੇ। ਅਗਰ ਉਹਨਾਂ ਨੂੰ ਲੱਗਦਾ ਤੇ ਤੁਸੀਂ ਕਹਿੰਦੇ ਹੋ ਕਿ MSP ਨਹੀਂ ਹਟੂਗੀ ਤੇ ਫਿਰ ਤੁਸੀਂ ਪਾਰਲੀਮੈਂਟ ਦੇ ਵਿੱਚ ਉਹ ਲਿਆਂਦੇ ਸੰਸ਼ੋਧਨ ਨਾਲ ਦੀ ਨਾਲ ਕਰਕੇ ਮੁੱਦਾ ਖਤਮ ਹੋ ਜਾਣਾ ਸੀ। ਬੇਸ਼ੁਮਾਰ ਰੇਲ ਗੱਡੀਆਂ ਰੋਕੀਆਂ ਹੋਈਆਂ, ਸੜਕਾਂ ਬੰਦ ਪਈਆਂ, ਆਵਾਜਾਈ ਠੱਪ ਹੈ ਔਰ ਕਿਸਾਨ ਦੀ ਫਸਲ ਜਿਹੜੀ ਹੈ ਇਸ ਵੇਲੇ ਮੰਡੀਆਂ ਦੇ ਵਿੱਚ ਪਈ ਹੋਈ ਹੈ। ਤੇ ਮੈਂ ਸਮਝਦਾ ਹਾਂ ਕਿ ਕਿਸਾਨਾਂ ਦੇ ਪ੍ਰਤੀ ਕੇਂਦਰ ਸਰਕਾਰ ਜਿਹੜੀ ਹੈ ਉਹ ਇਮਾਨਦਾਰ ਹੋਣ ਦੀ ਬਜਾਏ ਇੱਕ ਸਿਆਸੀ ਹਰਬਾ ਜਿਹੜੀ ਹੈ ਉਹ ਚੱਲ ਕੇ ਸਿਆਸਤ ਦੀ ਹਵਾ ਨੂੰ ਭਾਂਪ ਰਹੀ ਹੈ ਵੀ ਕਿੱਧਰ ਨੂੰ ਜਾਣੀ ਹੈ। ਜਾਣੀ ਕਿ ਤੁਹਾਡੇ ਹਿਸਾਬ ਦੇ ਨਾਲ ਵੀ ਬੀਜੇਪੀ ਸਰਕਾਰ ਦੇਖਦੀ ਪਈ ਆ ਵੀ ਅੱਗੇ ਕੀ ਹੋਣ ਵਾਲਾ ਆ, ਵੀ ਜਦੋਂ ਵੀ ਪ੍ਰਦਰਸ਼ਨ ਜਿਹੜੇ ਆ ਤੇਜ਼ ਹੋ ਜਾਣਗੇ ਤਾਂ ਉਹ ਤੁਹਾਨੂੰ ਲੱਗਦਾ ਕਿ ਬੀਜੇਪੀ ਸਰਕਾਰ ਜਿਹੜੀ ਹੈ ਵਾਪਸ ਲੈ ਸਕਦੀ ਹੈ ਇਹਨਾਂ ਆਰਡੀਨੈਂਸ ਨੂੰ? ਦੇਖੋ, ਵਾਪਸ ਕੋਈ ਨਹੀਂ ਲੈਂਦਾ ਹੁੰਦਾ, ਸੰਸ਼ੋਧਨ ਦੇ ਨਾਂ 'ਤੇ ਵਾਪਸੀ ਹੁੰਦੀ ਹੈ। ਇਹ ਅੱਜ ਤੋਂ ਪਹਿਲਾਂ ਵੀ ਹੁੰਦਾ ਆਇਆ। ਜਦ ਇਹ ਦੇਸ਼ ਵਿਆਪੀ ਅੰਦੋਲਨ ਹੋਏਗਾ, ਹਰੇਕ ਸੂਬੇ ਦੇ ਕਿਸਾਨਾਂ ਨੂੰ ਗੱਲ ਸਮਝ ਆਏਗੀ ਕਿ ਵਾਕਈ ਸਾਡਾ ਇਹਦੇ ਨਾਲ ਆਉਣ ਵਾਲੇ ਸਮੇਂ ਦੇ ਵਿੱਚ ਨੁਕਸਾਨ ਹੈ। ਸਰਕਾਰ ਕਹੇਗੀ ਅਸੀਂ ਸੰਸ਼ੋਧਨ ਕਰਦਾ, ਉਹ ਸੰਸ਼ੋਧਨ ਨੂੰ ਅਸੀਂ ਵਾਪਸੀ ਕਹਿੰਦੇ ਹੁੰਦੇ ਹਾਂ, ਮਤਲਬ ਕੰਨ ਘੁਮਾ ਕੇ ਭਾਵੇਂ ਫੜ ਲਓ, ਉਹ ਇੱਕ ਵਾਰੀ ਫੜਨਾ ਪਏਗਾ। ਅਸੀਂ ਜਿਹੜੇ ਧਰਨਾ ਪ੍ਰਦਰਸ਼ਨ ਕਰ ਰਹੇ ਨੇ ਕਿਸਾਨ, ਪਹਿਲਾਂ ਉਹਨਾਂ ਦੇ ਨਾਲ ਐਕਟਰ ਰਲ ਗਏ, ਫਿਰ ਉਸ ਤੋਂ ਬਾਅਦ ਸਿੰਗਰਸ ਰਲੇ, ਫਿਰ ਉਸ ਤੋਂ ਬਾਅਦ ਜਥੇਬੰਦੀਆਂ ਰਲੀਆਂ, ਫਿਰ ਪਾਰਟੀਆਂ ਲੜੀਆਂ, ਫਿਰ ਸਟੂਡੈਂਟਸ ਵੀ ਉਹਨਾਂ ਦੇ ਨਾਲ ਰਲ ਗਏ, ਤਾਂ ਹੁਣ ਮੁਸਲਿਮ ਕਮਿਊਨਿਟੀ ਵੀ ਉਹਨਾਂ ਦਾ ਸਾਥ ਦੇ ਰਹੀ ਹੈ। ਤਾਂ ਹੁਣ ਤੁਹਾਨੂੰ ਕੀ ਲੱਗਦਾ ਕਿ ਬੀਜੇਪੀ ਸਰਕਾਰ ਜਿਹੜੀ ਹੈ ਮੁੜ ਕੇ ਕਦੇ ਦੁਬਾਰਾ ਵਾਪਸ ਆ ਜਾਊਗੀ, ਜਿਸ ਹਿਸਾਬ ਦੇ ਨਾਲ ਬੀਜੇਪੀ ਸਰਕਾਰ ਦੇ ਵੱਲੋਂ ਜਿਹੜੇ ਆ ਜ਼ੋਰ ਜਮਾਇਆ ਜਾ ਰਿਹਾ ਉਹਨਾਂ ਦੇ ਉੱਤੇ? ਦੇਖੋ, ਅਸਲ 'ਚ ਕਿਸਾਨਾਂ ਦੇ ਨਾਲ ਸਾਰੇ ਲੋਕੀ ਤਾਂ ਆ, ਅਸੀਂ ਸਾਰੇ ਹੀ ਜਮਾਂਦਰੂ ਤੌਰ 'ਤੇ ਜ਼ਿਮੀਂਦਾਰ, ਭਾਵੇਂ ਅਸੀਂ ਸ਼ਹਿਰੀ ਹੋਈਏ, ਖਾਸ ਕਰ ਮੈਂ ਪੰਜਾਬ ਦੇ ਲੋਕਾਂ ਦੀ ਗੱਲ ਕਰਦਾ, ਭਾਵੇਂ ਉਹ ਪੇਂਡੂ ਹੋਣ, ਕਿਸੇ ਨਾ ਕਿਸੇ ਤਰੀਕੇ ਦੇ ਨਾਲ ਤੁਹਾਡਾ ਸੰਬੰਧ ਜ਼ਮੀਨ ਦੇ ਨਾਲ ਜੁੜਿਆ ਹੋਇਆ। ਹੁਣ ਕਿਸਾਨ ਖੇਤ ਦੇ ਵਿੱਚ ਲੱਗਾ ਹੈ ਤੇ ਉਹਦੇ ਨਾਲ ਖੇਤ ਮਜ਼ਦੂਰ ਵੀ ਲੱਗਾ ਹੈ, ਤੇ ਟਰੈਕਟਰ ਵੀ ਲੱਗੇ, ਤੇ ਟਰੈਕਟਰ ਠੀਕ ਕਰਨ ਵਾਲੇ ਮਿਸਤਰੀ ਵੀ ਲੱਗੇ ਹੋਏ, ਆੜਤੀ ਵੀ ਲੱਗੇ ਹੋਏ, ਤੇ ਬੋਰੀਆਂ ਵਾਲੇ ਵੀ ਨਾਲ ਲੱਗੇ ਹੋਏ ਆ, ਤੇ ਨਾਲ ਫਿਰ ਢਲਾਈ ਵਾਲੇ ਵੀ ਲੱਗੇ ਹੋਏ, ਕਿਰਾਨੇ ਵਾਲਿਆਂ ਨੇ ਵੀ ਸਮਾਨ ਉੱਥੋਂ ਲੈਣਾ, ਕੱਪੜੇ ਵਾਲਿਆਂ ਨੇ ਵੀ ਜਦੋਂ ਫਸਲਾਂ ਚੱਕੀਆਂ ਜਾਣੀਆਂ ਉਹਨਾਂ ਨੇ ਉਹਨਾਂ ਕੋਲ ਦਾਜ ਦਾ ਸਮਾਨ ਖਰੀਦਣਾ, ਸੁਨਿਆਰਿਆਂ ਨੇ ਵੀ ਕਿਸਾਨਾਂ ਦੇ ਨਾਲ ਉਦੋਂ ਹੀ ਕਰਨਾ ਜਦੋਂ ਵਾਢੀਆਂ ਹੋਣੀਆਂ ਤੇ ਪੈਸੇ ਆਣੇ। ਇਸ ਲਈ ਸਿੱਧੇ ਤੌਰ 'ਤੇ ਜਾਂ ਅਸਿੱਧੇ ਤੌਰ 'ਤੇ ਹਰ ਬੰਦਾ ਜ਼ਮੀਨ ਦੇ ਨਾਲ, ਖੇਤੀ ਦੇ ਨਾਲ ਜੁੜਿਆ ਹੋਇਆ। ਇਸ ਲਈ ਇਹ ਕਹਿਣਾ ਕਿ ਕਿਹੜਾ ਨਾਲ ਜੁੜੇ ਕਿਹੜਾ ਨਹੀਂ ਜੁੜੇ, ਇਹ ਤਾਂ ਐਸਾ ਮਸਲਾ ਜਿਸ 'ਚ ਸਾਰਿਆਂ ਨੂੰ ਹੀ ਨਾਲ ਜੁੜਨਾ ਹੀ ਪੈਣਾ ਹੈ ਜੀ। ਜਦੋਂ ਅਸੀਂ ਬੀਜੇਪੀ ਵਰਕਰਾਂ ਨਾਲ ਗੱਲਬਾਤ ਕਰਦੇ ਹਾਂ ਤਾਂ ਉਹਨਾਂ ਦੇ ਵੱਲੋਂ ਇਹੀ ਕਿਹਾ ਜਾਂਦਾ ਆ ਕਿ ਸਿਰਫ ਪੰਜਾਬ ਤੇ ਹਰਿਆਣਾ ਦੇ ਜਿਹੜੇ ਫਾਰਮਰਸ ਨੇ ਜਾਂ ਹੋਰ ਕਈ ਲੋਕ ਨੇ ਜਿਹੜੇ ਵੀ ਜਥੇਬੰਦੀਆਂ ਨੇ ਜਿਹੜੇ ਪ੍ਰਦਰਸ਼ਨ ਕਰ ਰਹੇ ਨੇ, ਉਸ ਤੋਂ ਇਲਾਵਾ ਹੋਰ ਕੋਈ ਬੋਲ ਹੀ ਨਹੀਂ ਰਿਹਾ। ਕਹਿੰਦੇ ਇਹੀ ਕਿਉਂ ਬੋਲ ਰਹੇ ਨੇ?
ਦੇਖੋ ਇੱਦਾਂ ਹੈ ਕਿ ਉਹਨਾਂ ਨੂੰ ਭੁਲੇਖਾ ਹੈ, ਪੂਰੇ ਦੇਸ਼ ਦੇ ਕਿਸਾਨ ਇਸ ਵੇਲੇ ਬੋਲ ਰਹੇ ਨੇ, ਇਕੱਲੇ ਪੰਜਾਬ ਔਰ ਹਰਿਆਣਾ ਦਾ ਨਹੀਂ। 25 ਤਰੀਕ ਦਾ ਜਿਹੜਾ ਬੰਦ ਹੈ ਉਹਦੇ 'ਚ ਦੇਸ਼ ਦੀ ਵੱਖ-ਵੱਖ ਕਿਸਾਨ ਜਥੇਬੰਦੀਆਂ ਵੱਲੋਂ ਬੰਦ ਦਾ ਐਲਾਨ ਕੀਤਾ ਗਿਆ। ਬੀਜੇਪੀ ਹੋਏ ਜਾਂ ਅਕਾਲੀ ਦਲ ਹੋਏ ਜਾਂ ਕੋਈ ਵੀ ਸਿਆਸੀ ਜਮਾਤ ਹੋਏ, ਅੱਜ ਦੇ ਟਾਈਮ 'ਚ ਹੁਣ ਅਸਲ 'ਚ ਸਿਧਾਂਤ ਨਹੀਂ ਰਿਹਾ, ਹੁਣ ਪਾਰਟੀ ਮੂਹਰੇ ਆ ਗਈ। ਪੁਰਾਣੇ ਸਮੇਂ 'ਚ ਇਹ ਹੁੰਦਾ ਸੀ ਕਿ ਅਗਰ ਆਪਣੀ ਕੋਈ ਪਾਰਟੀ, ਜੇ ਕਾਂਗਰਸ ਦਾ ਕੋਈ ਵਰਕਰ ਗਲਤ ਪਾਰਟੀ ਦਾ ਉਹਨੂੰ ਕੋਈ ਸਿਧਾਂਤ ਅੱਛਾ ਨਹੀਂ ਲੱਗਿਆ ਤਾਂ ਉਹ ਆਪਣੀ ਪਾਰਟੀ ਦਾ ਕਹਿੰਦਾ ਸੀ ਵੀ ਇਹ ਸਿਧਾਂਤ ਸਹੀ ਨਹੀਂ ਹੈ। ਭਾਜਪਾ ਵਾਲੇ ਨੂੰ ਅੱਛਾ ਨਹੀਂ ਲੱਗਿਆ, ਉਹ ਆਪਣੀ ਪਾਰਟੀ ਦਾ ਕਹਿੰਦਾ ਸੀ ਇਹ ਸਹੀ ਨਹੀਂ, ਇਹਨੂੰ ਸਹੀ ਕਰੋ। ਹੁਣ ਜਿਹੜਾ ਹੈ ਵਰਕਰਾਂ ਦੇ ਵਿੱਚ ਸਿਧਾਂਤ ਨਾਮ ਦੀ ਜਿਹੜੀ ਚੀਜ਼ ਹੈ ਉਹ ਬਰਾਏ ਨਾਮ ਰਹਿ ਗਈ ਹੈ। ਹੁਣ ਇਹ ਦੇਖਿਆ ਜਾਂਦਾ ਵੀ ਉੱਤੋਂ ਪਾਰਟੀ ਦੀ ਪੋਲਿਸੀ ਕੀ ਹੈ, ਬਸ ਉਸ ਪੋਲਿਸੀ 'ਤੇ ਚੱਲੀਏ। ਇਹ ਵੀ ਬਹੁਤ ਘੱਟ ਲੋਕ ਰਹਿ ਗਏ ਜਿਹੜੀ ਆਪਣੀ ਹੀ ਪੋਲਿਸੀ ਦੇ ਖਿਲਾਫ ਲਿਖ ਕੇ ਭੇਜਦੇ ਹੁੰਦੇ ਸੀ ਕਿ ਜਨਾਬ ਇਹਨੂੰ ਬਦਲੋ, ਇਹਦੇ ਨਾਲ ਸਾਡਾ ਨੁਕਸਾਨ ਹੋਊਗਾ। ਹੁਣ ਤਾਂ ਬਸ ਉਹ ਨਹੀਂ ਰਿਹਾ। ਅੱਜ ਕੱਲ੍ਹ ਦਾ ਸਿਆਸਤ ਦੇ ਵਿੱਚ ਮੈਂ ਸਮਝਦਾ ਹਾਂ ਕਿ ਸਿਆਸਤ ਘੱਟ ਹੈ, ਚਮਚਾਗਿਰੀ ਜ਼ਿਆਦਾ ਹੈ। ਤੁਹਾਡੇ ਹਿਸਾਬ ਦੇ ਨਾਲ ਪੰਜਾਬ ਦੇ ਹਾਲਾਤ ਹੁਣ ਅੱਗੇ ਕੀ ਹੋਣ ਵਾਲੇ ਨੇ? ਕਿਉਂਕਿ ਇੱਕ ਆਮ ਇਨਸਾਨ ਦੇ ਹਮੇਸ਼ਾ ਦਿਮਾਗ ਦੇ ਵਿੱਚ ਆਉਂਦਾ ਕਿ ਹਰ ਕੋਈ ਜਿਹੜਾ ਹੈ ਸਰਕਾਰ ਦੇ ਖਿਲਾਫ ਪ੍ਰਦਰਸ਼ਨ ਕਰ ਰਿਹਾ, ਲੇਕਿਨ ਸਰਕਾਰ ਸੁਣ ਨਹੀਂ ਰਹੀ। ਤਾਂ ਅੱਗੇ ਤੁਹਾਨੂੰ ਕੀ ਲੱਗਦਾ ਕਿ ਪੰਜਾਬ ਦੇ ਹਾਲਾਤ ਕੀ ਹੋਣ ਵਾਲੇ ਨੇ ਜਾਂ ਪੂਰੇ ਦੇਸ਼ ਦੇ ਹਾਲਾਤ ਕੀ ਹੋਣ ਵਾਲੇ ਨੇ? ਦੇਖੋ, ਸਮਾਂ ਆਉਣ ਤੋਂ ਪਹਿਲਾਂ ਕੁਝ ਵੀ ਕਹਿਣਾ ਮੈਂ ਸਮਝਦਾ ਮੁਨਾਸਿਬ ਨਹੀਂ ਹੁੰਦਾ। ਫਿਲਹਾਲ ਖੇਤੀ ਆਰਡੀਨੈਂਸ ਜਿਹੜਾ ਹੈ ਇਹਨੇ ਸਾਰਿਆਂ ਦੀ ਤਵੱਜੋ ਆਪਣੇ ਵੱਲ ਖਿੱਚੀ ਹੋਈ ਹੈ। ਮੁੱਦੇ ਤਾਂ ਇਸ ਵੇਲੇ ਬਹੁਤ ਬੜੇ ਬੜੇ ਨੇ। ਕਰੋਨਾ ਨੇ ਸਾਡਾ ਵਪਾਰ ਔਰ ਸਾਡਾ ਸਿਹਤ, ਹਰ ਚੀਜ਼ ਜਿਹੜੀ ਹੈ ਉਹਨੂੰ ਮੁਤਾਸਰ ਕੀਤਾ। ਬੜੀ ਹੱਦ ਤੱਕ ਜਿਹੜਾ ਹੈ ਉਹਦੀ ਵਜ੍ਹਾ ਨਾਲ ਚੀਜ਼ਾਂ ਰੁਕ ਗਈਆਂ, ਆਪਣੀ ਆਪਣੀ ਜਗ੍ਹਾ 'ਤੇ ਡਿਵੈਲਪਮੈਂਟ ਰੁਕੀ ਹੋਈ ਹੈ। ਲੋਕਾਂ ਦੀਆਂ ਨੌਕਰੀਆਂ ਚਲੀਆਂ ਗਈਆਂ, ਆਮ ਲੋਕਾਂ ਕੋਲ ਇੰਨਾ ਪੈਸਾ ਨਹੀਂ ਹੈ। ਅਤੇ ਮੈਂ ਸਮਝਦਾ ਕਿ ਸਰਕਾਰ ਨੂੰ ਇਹ ਚਾਹੀਦਾ ਕਿ ਜਿਹੜੇ ਮੁੱਢਲੇ ਮੁੱਦੇ ਨੇ ਉਹਨਾਂ ਨੂੰ ਪਹਿਲ ਦੇ ਆਧਾਰ 'ਤੇ ਹੱਲ ਕਰੇ ਤਾਂ ਕਿ ਆਉਣ ਵਾਲਾ ਸਮਾਂ ਜਿਹੜਾ ਉਹ ਸੁਲੇਖਾ ਹੋਵੇ। ਹੁਣ ਜੇ ਕਿਸਾਨ ਜਿਹੜੇ ਨੇ ਐਂਡ ਤੱਕ ਜਾਣਗੇ, ਜਦੋਂ ਤੱਕ ਉਹਨਾਂ ਨੂੰ ਇਸ ਆਰਡੀਨੈਂਸ ਤੋਂ ਇਲਾਵਾ ਉਹਨਾਂ ਨੂੰ ਇਨਸਾਫ ਨਹੀਂ ਮਿਲਦਾ, ਤਾਂ ਮੁਸਲਿਮ ਕਮਿਊਨਿਟੀ ਉਹਨਾਂ ਦੇ ਨਾਲ ਐਂਡ ਤੱਕ ਖੜੀ ਰਹੂਗੀ। ਹਾਂ, ਬਿਲਕੁਲ ਬਿਲਕੁਲ ਜੀ। ਅਸੀਂ ਵੀ ਕਿਸਾਨ ਹੀ ਹਾਂ, ਅਸੀਂ ਵੀ ਕਿਸਾਨ ਦੇ ਪੁੱਤ ਹਾਂ, ਅਤੇ ਐਸੀ ਕੋਈ ਗੱਲ ਨਹੀਂ। ਕਿਸਾਨ ਸਾਰੇ, ਭਾਵੇਂ ਉਹਨਾਂ ਦਾ ਧਰਮ ਮੁਸਲਮਾਨ ਹੋਵੇ, ਸਿੱਖ ਹੋਵੇ, ਹਿੰਦੂ ਹੋਵੇ, ਈਸਾਈ ਹੋਵੇ, ਭਾਵੇਂ ਦਲਿਤ ਹੋਣ, ਜਿਹੜੇ ਮਰਜ਼ੀ ਹੋਣ, ਕਿਸਾਨ ਕਿਸਾਨ ਹੀ ਹੁੰਦਾ ਹੈ। ਇਹ ਤਾਂ ਸਾਰੇ ਇਕੱਠੇ ਹੀ ਨੇ। ਬਹੁਤ ਬਹੁਤ ਧੰਨਵਾਦ ਜੀ। ਧੰਨਵਾਦ। ਸੋ ਇਹ ਸਨ ਨਾਇਬ ਸ਼ਾਹੀ ਇਮਾਮ। ਇਹਨਾਂ ਦੇ ਵੱਲੋਂ ਵੀ ਐਲਾਨ ਕਰ ਦਿੱਤਾ ਹੈ ਕਿ ਮੁਸਲਿਮ ਕਮਿਊਨਿਟੀ ਵੀ ਹੁਣ ਕਿਸਾਨਾਂ ਦਾ ਸਾਥ ਦੇਵੇਗੀ। ਜਦੋਂ ਤੱਕ ਕਿਸਾਨ ਪ੍ਰੋਟੈਸਟ ਕਰ ਰਹੇ ਉਹਨਾਂ ਦੇ ਨਾਲ ਖੜੇ ਰਹਿਣਗੇ, ਔਰ ਜਦੋਂ ਤੱਕ ਉਹਨਾਂ ਨੂੰ ਲੋੜ ਰਹੂਗੀ ਮੁਸਲਿਮ ਕਮਿਊਨਿਟੀ ਦਾ ਹਮੇਸ਼ਾ ਮੁੱਢ ਨਾਲ ਮੁੱਢਾ ਜੋੜ ਕੇ ਨਾਲ ਖੜੇ ਰਹਿਣਗੇ। ਸੋ ਵਧੇਰੇ ਅਪਡੇਟਸ ਸੀ ਜੁੜ ਰਹੋ ਲੁਧਿਆਣਾ ਟਾਈਮਸ ਦੇ ਨਾਲ। ਕੈਮਰਾਮੈਨ ਸਤਵੰਤ ਮਥਾੜੂ ਦੇ ਨਾਲ ਗੁਰਦੀਪ ਸਿੰਘ ਲੰਮੇ, ਲੁਧਿਆਣਾ ਟਾਈਮਸ। ਵਧੇਰੇ ਜਾਣਕਾਰੀ ਲਈ ਸਬਸਕ੍ਰਾਈਬ ਕਰੋ ਸਾਡਾ YouTube ਚੈਨਲ ਪਬਲਿਕ ਟਾਈਮਸ ਅਤੇ ਨੋਟੀਫਿਕੇਸ਼ਨ ਲਈ ਬੈਲ ਆਈਕਨ ਤੇ ਕਲਿੱਕ ਕਰਨਾ ਨਾ ਭੁੱਲੋ।